मैं डॉक्टर बख्शीश आजाद। इस वक्त असी सेखा खुर्द दे विच मौजूद हाँ, जिथों दियां दो जवान सकियां भैणां नूं पिंड दे एक नौजवान ने 5 गोलियां मार के कतल कर दिता सी। ਇਹ ਉਹਨਾਂ ਦੋਨਾਂ ਸਕੀਆਂ ਭੈਣਾਂ ਦਾ ਘਰ ਹੈ ਔਰ ਪਰਿਵਾਰ ਉਹਨਾਂ ਦੋਨਾਂ ਦੀਆਂ ਮ੍ਰਿਤਕ ਦੇਹਾਂ ਲਾਸ਼ਾਂ ਘਰ ਦੇ ਵਿੱਚ ਰੱਖ ਕੇ ਬੈਠਾ ਹੈ। ਉਹਨਾਂ ਦਾ ਸੰਸਕਾਰ ਇਸ ਲਈ ਨਹੀਂ ਕੀਤਾ ਜਾ ਰਿਹਾ ਕਿਉਂਕਿ ਪਰਿਵਾਰ ਨੂੰ ਇਹ ਲੱਗਦਾ, ਪਰਿਵਾਰ ਦਾ ਇਹ ਕਹਿਣਾ ਹੈ ਕਿ ਉਹਨਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਔਰ ਪਰਿਵਾਰ ਦਾ ਇਹ ਕਹਿਣਾ ਹੈ ਕਿ ਜਦੋਂ ਤੱਕ ਸਾਨੂੰ ਪੂਰਨ ਇਨਸਾਫ ਨਹੀਂ ਮਿਲਦਾ ਉਦੋਂ ਤੱਕ ਅਸੀਂ ਇਹਨਾਂ ਦੋ ਜਿਹੜੀਆਂ ਨੌਜਵਾਨ ਧੀਆਂ ਨੇ ਇਹਨਾਂ ਦਾ ਸੰਸਕਾਰ ਨਹੀਂ ਕਰਾਂਗੇ। ਦੋਨੇ ਉਹ ਜਿਹੜੀਆਂ ਨੌਜਵਾਨ ਬੇਟੀਆਂ ਜਿਨ੍ਹਾਂ ਦਾ ਕਤਲ ਕੀਤਾ ਗਿਆ ਉਹ ਦੋਨੇ ਭੈਣਾਂ ਇਹ ਕੈਬਨਾਂ ਦੇ ਵਿੱਚ ਉਹਨਾਂ ਦੀਆਂ ਮ੍ਰਿਤਕ ਦੇਹਾਂ ਮੌਜੂਦ ਨੇ। ਅਸੀਂ ਇਸ ਟਾਈਮ ਸੇਖਾ ਖੁਰਦ ਦੇ ਉਸ ਪਰਿਵਾਰ ਦੀ ਚਾਰ ਦੀਵਾਰੀ 'ਚ ਬੈਠੇ ਹਾਂ ਜਿੱਥੇ ਦੋ ਜਵਾਨ ਧੀਆਂ ਲਾਸ਼ਾਂ ਦੇ ਰੂਪ 'ਚ ਅੱਜ ਵਾਪਸ ਆਈਆਂ ਨੇ, ਜਿਹੜੀਆਂ ਧੀਆਂ ਘਰੋਂ ਗਈਆਂ ਸੀ ਪੜ੍ਹਨ ਵਾਸਤੇ। ਅੱਜ ਪੰਜਾਬ ਦੇ ਅੰਦਰ ਇਹੋ ਜਿਹਾ ਮਾਹੌਲ ਬਣ ਚੁੱਕਾ ਹੈ ਕਿ ਜਦੋਂ ਮਾਪੇ ਧੀਆਂ ਨੂੰ ਬਾਹਰ ਭੇਜਦੇ ਨੇ ਤਾਂ ਇੱਕ ਡਰ ਅੰਦਰ ਬਣਿਆ ਰਹਿੰਦਾ ਕਿ ਸੁੱਖੀ ਸਾਂਦੀ ਵਾਪਸ ਆ ਜਾਵੇ ਤਾਂ ਚੰਗਾ ਹੈ। ਇੰਨਾ ਮਾੜਾ ਮਾਹੌਲ ਇਸ ਦੇਸ਼ ਦੇ, ਇਸ ਪੰਜਾਬ ਦੇ ਅੰਦਰ ਅਪਰਾਧੀਕਰਨ ਦਾ ਬਣ ਚੁੱਕਾ ਹੈ। ਇਹਨਾਂ ਦੋ ਧੀਆਂ ਕਮਲਪ੍ਰੀਤ ਕੌਰ ਤੇ ਅਮਨਪ੍ਰੀਤ ਕੌਰ ਦੇ ਜਿਹੜੇ ਪਿਤਾ ਜੀ ਨੇ ਉਹ ਸਾਡੇ ਨਾਲ ਨੇ। ਬਹੁਤ ਜ਼ਿਆਦਾ ਤੁਹਾਡੇ ਅੰਦਰ ਜਿਹੜਾ ਦੁੱਖ ਹੈ ਉਹਨੂੰ ਅਸੀਂ ਸਮਝ ਰਹੇ ਹਾਂ। ਬਹੁਤ ਜ਼ਿਆਦਾ ਦੁੱਖ ਹੈ ਜੀ। ਕਿੱਥੇ ਅੱਜ ਉਹਨਾਂ ਦੀ ਅਸੀਂ ਡੋਲੀ ਵਿਦਾ ਕਰਨੀ ਸੀ, ਕਿੱਥੇ ਸਾਨੂੰ ਅਰਥੀ ਤੋਰਨੀ ਪੈਣੀ। ਆਪ ਹੀ ਸੋਚੋ ਤੁਸੀਂ, ਬਾਕੀ ਤੁਸੀਂ ਵੀ ਧੀਆਂ ਪੁੱਤਰਾਂ ਵਾਲੇ ਹੋ। ਅੱਛਾ, ਇਹ ਜਿਹੜਾ ਮੁੰਡਾ ਸੀਗਾ ਜਿਹੜਾ ਹੁਣ ਗ੍ਰਿਫਤਾਰ ਕਰ ਲਿਆ ਗਿਆ ਜਿਹਨੇ ਗੋਲੀਆਂ ਮਾਰੀਆਂ ਨੇ, ਜਿਹੜੇ ਹਥਿਆਰ ਨਾਲ ਪਿਸਤੌਲ ਨਾਲ ਉਹਨੇ ਗੋਲੀ ਚਲਾਈ ਹੈ, ਉਹ ਪਿਸਤੌਲ ਮੁੰਡੇ ਦਾ ਆਪਦਾ ਲਾਇਸੈਂਸੀ ਸੀ ਜਾਂ ਉਹਨਾਂ ਦੇ ਕਿਸੇ ਪਰਿਵਾਰਕ ਮੈਂਬਰ ਦਾ ਸੀ? ਉਹਨਾਂ ਦੇ ਡੈਡੀ ਦਾ ਸੀ। ਅੱਛਾ, ਹਾਂਜੀ। ਜੇਕਰ ਲਾਇਸੈਂਸ ਮਤਲਬ ਮੁੰਡੇ ਦਾ ਨਹੀਂ ਸੀ, ਉਹਨਾਂ ਦੇ ਪਿਤਾ ਦਾ ਸੀਗਾ? ਉਹਨਾਂ ਦੇ ਪਿਤਾ ਦਾ ਸੀ ਲਾਇਸੈਂਸ। ਅੱਛਾ, ਤੇ ਫਿਰ ਜਿਹੜਾ ਅਸਲਾ ਐਕਟ ਤਹਿਤ ਪਰਚਾ ਉਹਨਾਂ ਦੇ ਪਿਤਾ ਤੇ ਹੋ ਚੁੱਕਾ ਹੈ, ਉਹਨਾਂ ਦੇ ਪਿਤਾ ਦੀ ਗ੍ਰਿਫਤਾਰੀ ਹੋ ਚੁੱਕੀ ਹੈ? ਗ੍ਰਿਫਤਾਰੀ ਨਹੀਂ ਹੋਈ, ਗ੍ਰਿਫਤਾਰੀ ਭਾਲਦੇ ਹਾਂ ਅਸੀਂ। ਉਹਦੇ ਪਿਤਾ ਦੀ ਗ੍ਰਿਫਤਾਰੀ ਹੋਣੀ ਚਾਹੀਦੀ ਕਿਉਂਕਿ ਅਸਲਾ ਉਹਦਾ ਸੀਗਾ, ਲਾਇਸੈਂਸ ਉਹਦੇ ਨਾਂ ਸੀ, ਤੇ ਮੁੰਡੇ ਦੀ ਗ੍ਰਿਫਤਾਰੀ ਵੀ ਹੋਣੀ ਜ਼ਰੂਰੀ ਹੈ। ਭੈਣ ਜੀ ਇੱਧਰ ਬੈਠੇ ਨੇ, ਮਾਤਾ ਜੀ, ਮੰਮੀ ਉਹਨਾਂ ਧੀਆਂ ਦੇ। ਭੈਣ ਜੀ, ਤੁਸੀਂ ਜੋ ਕਾਰਵਾਈ ਹੋ ਰਹੀ ਹੈ ਇਸ ਧੱਕੇ, ਇਸ ਜ਼ਬਰ ਤੋਂ ਬਾਅਦ, ਇਸ ਕਾਰਵਾਈ ਤੋਂ ਤੁਹਾਨੂੰ ਲੱਗਦਾ ਕਿ ਜਿੰਨੀ ਬਣਦੀ ਕਾਰਵਾਈ ਆ ਉਹ ਹੋ ਰਹੀ ਹੈ? ਨਹੀਂ ਹੋ ਰਹੀ। ਜੇ ਹੋ ਰਹੀ ਹੁੰਦੀ ਤਾਂ ਮੇਰੇ ਬੱਚੇ ਇੱਥੇ ਨਾ ਰੁਲੀ ਜਾਂਦੇ, ਅਸੀਂ ਉਹਨਾਂ ਸੰਸਕਾਰ ਕਰ ਦਿੰਦੇ। ਮੈਂ ਕੋਈ ਗੱਲ ਕੀਤੇ ਬਗੈਰ ਮੈਂ ਇੱਕ ਗੱਲ ਆਮ ਜਨਤਾ ਨੂੰ ਇਹ ਪੁੱਛਣਾ ਚਾਹੁੰਦੀ ਹਾਂ। ਦੇਖੋ, ਅੱਜ ਮੇਰੀਆਂ ਬੇਟੀਆਂ, ਕੱਲ੍ਹ ਨੂੰ ਕਿਸੇ ਹੋਰ ਦੀਆਂ ਵੀ ਹੋ ਸਕਦੀਆਂ, ਠੀਕ ਹੈ। ਸਾਡੇ ਕੋਲ ਕੋਈ ਪਾਵਰ ਨਹੀਂ, ਸਾਡੇ ਕੋਲ ਕੋਈ ਪੈਸਾ ਨਹੀਂ। ਮੈਂ ਤਾਂ ਤੁਹਾਡੇ ਵਰਗਿਆਂ ਦਾ ਅਤੇ ਜਨਤਾ ਦਾ, ਪਿੰਡਾਂ ਵਾਲਿਆਂ ਦਾ, ਜੋ ਮੇਰੇ ਵਰਗੇ ਗਰੀਬ ਹੈ, ਜੇ ਉਹ ਆਪਦੀ ਬੱਚਿਆਂ ਨੂੰ ਸੁਰੱਖਿਅਤ ਰੱਖਣਾ ਚਾਹੁੰਦੇ ਆ, ਅੱਜ ਮੇਰੇ ਨਾਲ ਖੜੇ ਹੋਣ, ਮੇਰੀ ਸਪੋਰਟ ਕਰਨ, ਮੇਰੇ ਬੱਚਿਆਂ ਦੀ ਸਪੋਰਟ ਕਰਨ, ਮੈਨੂੰ ਨਿਆਂ ਦਿਵਾਉਣ 'ਚ ਮਦਦ ਕਰਨ ਮੇਰੀ, ਅਤੇ ਫਿਰ ਕੱਲ੍ਹ ਨੂੰ ਉਹਨਾਂ ਦੇ ਬੱਚੇ ਵੀ ਸੁਰੱਖਿਅਤ ਹੋਣਗੇ। ਇਹੀ ਮੰਗ ਭਾਲਦੀ ਹਾਂ ਵੀ ਮੇਰੇ ਨਾਲ ਸਾਰੇ ਜਾਣੇ ਸਪੋਰਟ ਕਰੋ। ਜੇ ਮੇਰਾ ਦੁੱਖ ਮੰਨਦੇ ਹੋ, ਮੈਂ ਹੱਸਦੀ ਖੇਡਦੀ ਬੱਚਿਆਂ ਨੂੰ ਮੈਂ ਤੋਰਿਆ, ਉਹਨਾਂ ਨੂੰ ਇੰਨਾ ਹੁਕਮ ਨਹੀਂ ਹੋਇਆ ਵੀ ਉਹ ਘਰੇ ਮੈਨੂੰ ਵਾਪਸ ਮਿਲ ਜਾਣਗੇ। ਕੀ ਪਤਾ ਮੇਰੇ ਜਵਾਕਾਂ ਦੀ ਕਿੰਨੀ ਤੜਫ ਕੇ ਜਾਨ ਨਿਕਲੀ ਆ, ਉਹ ਦੇਖਿਆ, ਵੀਡੀਓ ਦੇਖੀ ਨਹੀਂ ਜਾਂਦੀ। ਸਾਨੂੰ ਪਤਾ ਕਿੰਨਾ ਦੁੱਖ ਹੁੰਦਾ। ਮਸਾਂ ਪਾਲੇ ਪਲੋਸੇ ਵੱਡੇ ਕਿਤੇ ਇਹਨਾਂ ਪੜ੍ਹਾਈਆਂ ਕਰਾਈਆਂ, ਆਹ ਹਾਲ ਜੇ ਆਈ ਹੁੰਦਾ ਰਿਹਾ ਤਾਂ ਕਿਸੇ ਦੀ ਬੇਟੀ ਨਹੀਂ ਹੈਗੀ ਸੁਰੱਖਿਅਤ। ਜੇ ਸੁਰੱਖਿਅਤ ਦੇਖਣਾ ਚਾਹੁੰਦੇ ਹੋ ਤਾਂ ਮੇਰੇ ਸਾਰੇ ਜਣੇ ਮੇਰੇ ਕੋਲ ਹੱਥ ਜੋੜ ਕੇ ਬੇਨਤੀ, ਭੈਣ ਭਰਾ ਮੇਰੇ ਜੋ ਵੀ ਹੈ, ਠੀਕ ਹੈ, ਮੇਰੇ ਨਾਲ ਖੜੇ ਹੋਣ, ਮੇਰੀ ਸਪੋਰਟ ਕਰਨ, ਮੇਰੇ ਨਾਲ ਖੜਨ, ਅਤੇ ਮੇਰੇ ਨਾਲ ਸਾਰੇ ਐਂ ਕਹਿਣ ਵੀ ਜੋ ਵੀ ਉਹਦਾ ਪਿਓ ਹੈ, ਚਾਹੇ ਉਹਦਾ ਮੁੰਡਾ ਹੈ, ਉਹਨੂੰ ਸਜ਼ਾ ਦਿਵਾਉਣ। ਮੇਰੇ 2 ਜਵਾਕੜੀਆਂ ਘਰੋਂ ਗਈਆਂ, ਮੈਂ ਤਾਂ 2 ਉਹਨਾਂ ਦੀ ਸਜ਼ਾ ਦੋਵੇਂ ਬੰਦਿਆਂ ਨੂੰ, ਪਿਓ ਪੁੱਤ ਨੂੰ ਦਿਵਾਉਣੀ ਚਾਹੁੰਦੀ ਹਾਂ ਬਰਾਬਰ। ਮੈਂ ਫਾਂਸੀ ਦਿਵਾਉਣੀ ਚਾਹੁੰਦੀ ਹਾਂ, ਨਾਲ ਸਿਵੇ ਮਚਾਉਣਾ ਚਾਹੁੰਦੀ ਹਾਂ। ਮੇਰੇ ਫੇਰ ਆਊ। ਮੇਰੇ ਦਿਲ ਨੂੰ ਪੁੱਛ ਕੇ ਦੇਖੋ, ਮੇਰੇ ਦਿਲ ਨੂੰ ਪੁੱਛ ਕੇ ਦੇਖੋ, ਜੇ ਧੀ ਬੇਟੀ ਵਾਲੇ ਹੈਗੇ ਕੋਈ, ਜੇ ਕਿਸੇ ਨੂੰ ਦਰਦ ਹੈਗਾ ਤਾਂ ਮੇਰੀ ਸਪੋਰਟ ਕਰੋ, ਮੇਰੀ ਸਪੋਰਟ ਕਰੋ, ਬਸ ਇਹੀ ਹੈ। ਮੇਰੇ ਕੋਲ ਪੈਸਾ ਨਹੀਂ ਹੈ। ਇਸ ਭੈਣ ਜੀ ਦਾ ਦਰਦ ਆਪਾਂ ਸਮਝ ਸਕਦੇ ਹਾਂ ਔਰ ਜਿਹੜੀ ਇਹਨਾਂ ਦੀ ਇੱਕੋ ਹੀ ਮੰਗ ਹੈ ਕਿ ਇਸ ਦਰਦ ਦੀ ਘੜੀ 'ਚ, ਇਸ ਧੱਕੇ
ਧੱਕੇ ਦੀ ਘੜੀ ਦੇ ਵਿੱਚ ਇਹਨਾਂ ਦੀ ਸਾਰੇ ਸਪੋਰਟ ਕਰੋ। ਸਾਡਾ ਸਭ ਦਾ ਇਹ ਇੱਕ ਨੈਤਿਕ ਤੇ ਇਨਸਾਨੀ ਫਰਜ਼ ਬਣਦਾ ਹੈ ਕਿ ਇਸ ਜ਼ੁਲਮ ਦੇ ਖਿਲਾਫ ਇਹਨਾਂ ਦੇ ਗਰੀਬ ਪਰਿਵਾਰ ਦੇ ਨਾਲ ਆਪਾਂ ਡਟ ਕੇ ਖੜੀਏ। ਤੇ ਜਿਹੜੇ ਵੀ ਲੋਕ, ਜਿਵੇਂ ਇੱਥੇ ਪਤਾ ਲੱਗ ਰਿਹਾ ਕਿ ਕੁਝ ਲੋਕ ਨੇ ਜਿਹੜੇ ਦੋਸ਼ੀਆਂ ਨੂੰ ਬਚਾਉਣ ਦੇ ਲਈ ਵੀ ਕੋਸ਼ਿਸ਼ਾਂ ਕਰ ਰਹੇ ਨੇ, ਅਜਿਹੇ ਲੋਕਾਂ ਨੂੰ ਲਾਹਨਤ ਪਾਉਣ ਦੀ ਲੋੜ ਹੈ। ਜਿਹੜੇ ਇਹੋ ਜਿਹੇ ਦਰਿੰਦਿਆਂ ਨੂੰ ਵੀ ਬਚਾਉਣ ਦੀ ਕੋਸ਼ਿਸ਼ ਕਰਨ ਲੱਗ ਪੈਂਦੇ ਨੇ ਆਪਦੇ ਮਤਲਬ ਕਈ ਸਵਾਰਥਾਂ ਦੇ ਪਿੱਛੇ। ਇਹ ਬੇਟੀ ਤੁਸੀਂ, ਤੁਹਾਡੀਆਂ ਸਿਸਟਰ ਸੀ, ਤੁਹਾਡੀਆਂ ਭੈਣਾਂ ਸੀਗੀਆਂ? ਅੱਛਾ, ਤੁਸੀਂ ਕਿਹੜੀ ਕਲਾਸ 'ਚ ਬੇਟਾ? ਗ੍ਰੈਜੂਏਸ਼ਨ ਕੰਪਲੀਟ ਕਰ ਲਈ ਜੀ ਮੈਂ। ਅੱਛਾ, ਤੇ ਤੁਹਾਡੀਆਂ ਭੈਣਾਂ ਦੀ ਮੌਤ ਹੋਈ ਹੈ, ਤੁਸੀਂ ਕੀ ਮੰਗ ਕਰਦੇ ਹੋ? ਸਾਨੂੰ ਵੀ ਉਹਨਾਂ ਦੇ 2 ਜਣਿਆਂ ਦੀ ਮੌਤ ਚਾਹੀਦੀ ਹੈ, ਨਾਲ ਹੀ ਇਹਨਾਂ ਦੇ ਮੇਰੀਆਂ ਭੈਣਾਂ। ਇਹਨਾਂ ਦਾ ਦਰਦ ਆ ਜਿਹੜਾ ਪੰਜਾਬ ਦੇ ਲੋਕੋ, ਜੇਕਰ ਆਪਣੇ ਅੰਦਰ ਉਹ ਖੂਨ ਹੈ ਜਿਹੜਾ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਸਾਡੀਆਂ ਰਗਾਂ ਦੇ ਵਿੱਚ ਦੌੜਾਇਆ ਸੀਗਾ, ਤਾਂ ਅੱਜ ਇਹ ਲੋੜ ਹੈ ਕਿ ਪੰਜਾਬ ਨੂੰ ਦੁਬਾਰਾ ਉਹ ਪੰਜਾਬ ਬਣਾਇਆ ਜਾਵੇ ਜਿਹੜੇ ਪੰਜਾਬ ਦੀ ਕਲਪਨਾ ਸਾਡੇ ਗੁਰੂ ਸਾਹਿਬਾਨਾਂ ਨੇ ਕੀਤੀ ਸੀ। ਇੱਥੇ ਮੌਜੂਦ ਨੇ, ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ। ਇਹ ਜਥੇਬੰਦੀਆਂ ਦੇ ਇੱਥੇ ਆਗੂ ਸਾਹਿਬਾਨ ਪਹੁੰਚੇ ਨੇ। ਇਹ ਮੰਗਾ ਸਿੰਘ ਵੈਰੋਕੇ ਹੈ, ਇਹ ਬਾਈ ਜੀ ਨੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਨੇ, ਇਹ BSP ਤੋਂ ਆਏ ਨੇ ਬਜ਼ੁਰਗ। ਇਹਨਾਂ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਇਹ ਉਹ ਘਰ ਹੈ ਜਿਸ ਘਰ ਦੇ ਵਿੱਚ ਇਹ ਦੋਨੇ ਬੇਟੀਆਂ ਜਿਹੜੀਆਂ ਅੱਜ ਲਾਸ਼ ਬਣ ਕੇ ਇਸ ਘਰ ਦੇ ਵਿੱਚ ਕੈਬਨਾਂ ਦੇ ਵਿੱਚ ਪਈਆਂ ਨੇ, ਇਹ 2 ਧੀਆਂ, ਇਹ 2 ਭੈਣਾਂ ਇਸ ਘਰ ਦੇ ਵਿੱਚ ਜਵਾਨ ਹੋਈਆਂ ਨੇ। ਅੱਜ ਇਸ ਘਰ ਦੀਆਂ ਕੰਧਾਂ ਵੀ ਇਹਨਾਂ ਨੂੰ ਲੱਭ ਰਹੀਆਂ ਨੇ, ਇਹਨਾਂ ਦੀ ਆਵਾਜ਼ ਸੁਣਨ ਦੀ ਕੋਸ਼ਿਸ਼ ਕਰ ਰਹੀਆਂ ਨੇ। ਪੰਜਾਬ ਦੇ ਲੋਕੋ, ਆਪਾਂ ਇਹ ਗੱਲ ਇੱਕ ਸਵਾਲ ਦੇ ਰੂਪ 'ਚ ਕਰਨੀ ਚਾਹੁੰਦੇ ਹਾਂ ਕਿ ਪੰਜਾਬ ਦੇ ਅੰਦਰ ਇਹ ਕਹਿਰ ਕਿੰਨਾ ਕੁ ਚਿਰ ਵਾਪਰਦਾ ਰਹੇਗਾ ਕਿ ਕਦੇ ਕਿਸੇ 5 ਸਾਲ ਦੀ ਬੱਚੀ ਨਾਲ ਬਲਾਤਕਾਰ, ਕਦੇ 6 ਮਹੀਨੇ ਦੀ ਬੱਚੀ ਨਾਲ ਬਲਾਤਕਾਰ। ਇੱਕ ਦਿਨ ਪਹਿਲਾਂ ਆਪਾਂ ਵੇਖਿਆ ਕਿ ਸੰਸਦ ਪਾਰਲੀਮੈਂਟ ਦੇ ਨਜ਼ਦੀਕ ਇੱਕ ਪਿਤਾ ਆਪਣੀ 5 ਸਾਲ ਦੀ ਧੀ ਚੁੱਕ ਕੇ ਤੁਰਿਆ ਫਿਰ ਰਿਹਾ, ਜਿਹਦੀ ਧੀ ਦੇ ਨਾਲ ਬਲਾਤਕਾਰ ਕੀਤਾ ਗਿਆ। ਅਸੀਂ ਕਹਿੰਦੇ ਹਾਂ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ, ਤੇ ਪਰ ਅਸੀਂ ਇਸ ਧਰਤੀ ਨੂੰ ਕਿੱਦਾਂ ਦਾ ਬਣਾ ਦਿੱਤਾ। ਇੱਥੇ ਸਭ ਤੋਂ ਵੱਡਾ ਸਵਾਲ ਉੱਠਦਾ ਉਹਨਾਂ ਸਰਕਾਰਾਂ ਤੇ, ਉਸ ਪ੍ਰਸ਼ਾਸਨ ਤੇ, ਪੁਲਿਸ ਤੇ, ਜਿਹੜੀਆਂ ਲੋਕਾਂ ਦੇ ਟੈਕਸਾਂ ਦੇ ਪੈਸੇ ਨਾਲ ਚੱਲਦੀ ਹੈ। ਔਰ ਇੱਥੇ ਇਹੋ ਜਿਹਾ ਵਾਤਾਵਰਨ 4 ਚੁਫੇਰੇ ਬਣਾ ਦਿੱਤਾ ਗਿਆ ਹੈ ਸਰਕਾਰਾਂ ਤੇ ਪ੍ਰਸ਼ਾਸਨ ਦੀ ਨਲਾਇਕੀ ਕਾਰਨ ਕਿ ਕੋਈ ਵੀ ਬਾਪ ਤੇ ਮਾਂ ਜਦ ਆਪਣੀ ਧੀ ਨੂੰ ਬਾਹਰ ਭੇਜਦਾ, ਉਹ ਧੀ ਜਦੋਂ ਘਰੋਂ ਬਾਹਰ ਜਾਂਦੀ ਹੈ, ਪੜ੍ਹਨ ਜਾਂਦੀ ਹੈ, ਨੌਕਰੀ ਕਰਨ ਜਾਂਦੀ ਹੈ, ਤਾਂ ਜਿੰਨਾ ਚਿਰ ਘਰੇ ਨਹੀਂ ਆ ਜਾਂਦੀ ਤਾਂ ਘਰ ਦੇ ਜੀਆਂ ਦਾ ਸਾਹ ਸੁੱਕਿਆ ਰਹਿੰਦਾ ਕਿ ਪਤਾ ਨਹੀਂ ਠੀਕ ਠਾਕ ਸੁੱਖੀ ਸਾਂਦੀ ਵਾਪਸ ਆ ਜਾਵੇ ਤਾਂ ਚੰਗੀ ਗੱਲ ਹੈ। ਇਹੋ ਜਿਹਾ ਮਾਹੌਲ ਸਾਡੇ ਇਸ ਦੇਸ਼ ਦਾ ਬਣ ਗਿਆ। ਇਹ ਉਹ ਧਰਤੀ ਆ ਜਿੱਥੇ ਬਾਬੇ ਨਾਨਕ ਨੇ ਜਨਮ ਲਿਆ, ਜਿੱਥੇ ਮਹਾਵਾਕ ਹੋਏ ਕਿ ਸੋ ਕਿਉਂ ਮੰਦਾ ਆਖੀਐ ਜਿਤ ਜੰਮੇ ਰਾਜਾਨ। ਉੱਥੇ ਧੀਆਂ ਦੀ ਬੇਕਦਰੀ, ਪਹਿਲਾਂ ਤਾਂ ਜੰਮਣ ਹੀ ਨਹੀਂ ਦਿੱਤਾ ਜਾਂਦਾ, ਕੁੱਖਾਂ 'ਚ ਹੀ ਮਾਰ ਦਿੱਤਾ ਜਾਂਦਾ, ਤੇ ਜਿਹੜੀਆਂ ਪੈਦਾ ਹੋ ਜਾਂਦੀਆਂ ਨੇ, ਜੰਮ ਪੈਂਦੀਆਂ ਨੇ, ਉਹਨਾਂ ਦੇ ਨਾਲ ਫਿਰ ਇੱਦਾਂ ਜੋ ਇਹ ਭੈਣਾਂ ਅੱਜ 2 ਸਾਡੀਆਂ ਭੈਣਾਂ ਕੈਬਨਾਂ ਦੇ ਵਿੱਚ ਲਾਸ਼ ਬਣ ਕੇ ਪਈਆਂ ਨੇ, ਇੱਦਾਂ ਦੇ ਧੱਕੇ ਜਿਹੜੇ ਨੇ ਉਹ ਮਿਲਦੇ ਨੇ ਵੇਖਣ ਨੂੰ। ਆਪਾਂ ਗੱਲ ਕਰਦੇ ਹਾਂ ਮੰਗਾ ਸਿੰਘ ਵੈਰੋਕੇ ਨਾਲ। ਮੰਗਾ ਸਿੰਘ ਜੀ, ਤੁਸੀਂ ਇਸ ਪਰਿਵਾਰ 'ਚ ਆਏ ਹੋ, ਤੁਹਾਡੀ ਜਥੇਬੰਦੀ ਦਾ ਕੀ ਨਾਮ ਹੈ? ਮੇਰੀ ਜਥੇਬੰਦੀ ਦਾ ਨਾਮ ਪਿੰਡੂ ਮਜ਼ਦੂਰ ਯੂਨੀਅਨ ਹੈ ਜੀ, ਮਜ਼ਦੂਰਾਂ ਦੀ ਜਥੇਬੰਦੀ ਸਾਡੀ। ਹਾਂਜੀ। ਮੰਗਾ ਸਿੰਘ ਜੀ, ਇਸ ਪਰਿਵਾਰ ਦੇ ਦਰਦ ਦੇ ਵਿੱਚ ਆਪਾਂ ਸ਼ਰੀਕ ਹੋਏ ਆ ਸਾਰੇ। ਉਹ ਦਰਦ ਆਪਾਂ ਉਹ ਵਾਪਸ ਤਾਂ ਨਹੀਂ ਲਿਆ ਸਕਦੇ, ਪਰ ਇਹ ਪਤਾ ਲੱਗ ਰਿਹਾ ਕਿ ਮਤਲਬ ਇੱਥੇ ਨਿਆਂ ਦੇ ਵਿੱਚ ਕਾਫੀ ਸਾਰੀਆਂ ਜਿਹੜੀਆਂ ਘਾਟਾਂ ਨੇ ਉਹ ਰਹਿ ਰਹੀਆਂ ਹੈ। ਇਨਸਾਫ ਪਰਿਵਾਰ ਨੂੰ ਮਿਲ ਨਹੀਂ ਰਿਹਾ, ਇਸੇ ਕਰਕੇ ਪਰਿਵਾਰ ਨੇ ਅਜੇ ਤੱਕ ਇਹ ਲਾਸ਼ਾਂ ਰੱਖੀਆਂ ਹੋਈਆਂ ਨੇ। ਸੰਸਕਾਰ ਜਿਹੜਾ ਕਰਨ ਲੈ ਕੇ ਜਾਣਾ ਸੀ ਉਹ ਨਹੀਂ ਲੈ ਕੇ ਜਾ ਰਹੇ, ਕਿਉਂਕਿ ਅਜੇ ਇਹ ਕਹਿੰਦੇ ਨੇ ਕਿ ਸਾਨੂੰ ਇਨਸਾਫ ਨਹੀਂ ਮਿਲਿਆ। ਕਿੱਥੇ ਘਾਟ ਰਹਿ ਰਹੀ ਹੈ, ਕੀ ਸਮਝਦੇ ਹੋ? ਦੇਖੋ ਜੀ, ਇੱਕ ਪਾਸੇ ਸਰਕਾਰ ਕਹਿੰਦੀ ਆ ਕਿ ਬੇਟੀ ਪੜ੍ਹਾਓ
ਤੇ ਬੇਟੀ ਬਚਾਓ। ਪਰ ਇਹਦੇ ਤੋਂ ਸਾਨੂੰ ਚੇਤਾਵਨੀ ਲੱਗਦੀ ਆ ਵੀ ਇਹ ਬੇਟੀ ਬਚਾਉਣ ਦੀ ਗੱਲ ਜਿਹੜੀ ਕਰਦੇ ਆ ਕਿ ਕਿਤੇ ਨਾ ਕਿਤੇ ਸਰਕਾਰ ਦੀ ਸ਼ੰਕੇ ਖੜੇ ਹੁੰਦੇ ਆ ਵੀ ਇਹ ਬੇਟੀਆਂ ਬਾਰੇ ਆ ਜਿਹੜਾ ਉਹ ਬਿਲਕੁਲ ਸੋਚਣਾ ਬੰਦ ਕੀਤਾ ਹੋਇਆ ਹੈ। ਜਿਹੜੀ ਗੱਲ ਕਾਨੂੰਨ ਦੀ ਹੈਗੀ ਆ, ਜਿਵੇਂ ਕਹਿੰਦੇ ਆ ਕਿ ਸਾਡੇ ਸੰਵਿਧਾਨ ਦੇ ਵਿੱਚ ਕਾਨੂੰਨ ਨੂੰ ਕਿਹਾ ਜਾਂਦਾ ਕਿ ਲਚਕੀਲਾ ਤੇ ਕਠੋਰ ਹੈ। ਇਹ ਲਚਕੀਲਾ ਕਿੰਨਾ ਲੋਕਾਂ ਵਾਸਤੇ ਤੇ ਕਠੋਰ ਕਿੰਨਾ ਲੋਕਾਂ ਵਾਸਤੇ ਆ। ਅੱਜ ਇਹ ਸਾਰਾ ਜਿਹੜਾ ਇਕੱਠ ਇਹ ਸਾਡੀਆਂ ਭੈਣਾਂ ਜਿਹੜੀਆਂ ਲਾਸ਼ ਬਣ ਕੇ ਪਈਆਂ ਇਹਨਾਂ ਵਾਸਤੇ ਕਠੋਰ ਹੈ ਤੇ ਦੂਜੇ ਲੋਕਾਂ ਵਾਸਤੇ ਜਿਹੜਾ ਹੈਗਾ ਉਹ ਲਚਕੀਲਾ ਹੈ। ਜਿਹਦੇ 'ਚ ਆਪਾਂ ਦੇਖਦੇ ਹੈਗੇ ਆ ਕਿ 2 ਜਿਹੜੀਆਂ ਭੈਣਾਂ ਸਾਡੀਆਂ ਉਹਨਾਂ ਨੂੰ ਗੋਲੀ ਮਾਰ ਕੇ ਜਿਹੜਾ ਇੱਥੋਂ ਦੇ ਕਾਂਗਰਸੀ ਸਰਪੰਚ ਦੇ ਮੁੰਡੇ ਨੇ ਜਿਹੜਾ ਉਹ ਖੂਨ ਕੀਤਾ, ਕਤਲ ਕੀਤਾ ਤੇ ਜਿਹਦਾ ਰਿਵਾਲਵਰ ਸੀਗਾ ਉਹਦੇ ਤੇ ਪਰਚਾ ਦਰਜ ਹੋ ਗਿਆ। ਪਰ ਅਜੇ ਤੱਕ ਉਸ ਬੰਦੇ ਨੂੰ ਸਿਆਸੀ ਸ਼ਹਿਕਾਰ ਨਾਲ ਜਿਹੜਾ ਉਹ ਗ੍ਰਿਫਤਾਰ ਨਹੀਂ ਕੀਤਾ ਗਿਆਗਾ, ਕਿਉਂਕਿ ਇਸ ਪ੍ਰਸ਼ਾਸਨ ਤੇ ਕਿਤੇ ਨਾ ਕਿਤੇ ਸਵਾਲ ਖੜੇ ਹੁੰਦੇ ਆ ਕਿ ਜਿਨ੍ਹਾਂ ਲੋਕਾਂ ਦੇ ਹੱਕ ਦੇ ਵਿੱਚ ਪ੍ਰਸ਼ਾਸਨ ਨੂੰ ਖੜਨਾ ਚਾਹੀਦਾ ਉਹਨਾਂ ਦਾ ਮੋਬਾਈਲ ਖੋਹ ਕੇ ਲੈ ਗਏ। ਇਹ ਸਾਡੀਆਂ ਭੈਣਾਂ ਦਾ ਮੋਬਾਈਲ ਸੀਗਾ ਇੱਕ, ਉਹ ਮੋਬਾਈਲ ਵੀ ਖੋਹ ਕੇ ਲੈ ਗਏ। ਪਰਿਵਾਰ ਵਾਲਿਆਂ ਨੂੰ ਤਰ੍ਹਾਂ ਦੇ ਜਿਵੇਂ ਇੱਕ ਆਸ-ਪਾਸ ਤੋਂ ਰਿਸ਼ਤੇਦਾਰਾਂ ਦੇ ਫੋਨ ਆਉਣੇ ਸੀਗੇ, ਉਹ ਗੱਲ ਨਹੀਂ ਹੋ ਪਾ ਰਹੀ। ਦੁਵਿਧਾ ਦੇ ਵਿੱਚ ਰਿਸ਼ਤੇਦਾਰ ਉਹ ਟੈਨਸ਼ਨ ਦੇ ਵਿੱਚ ਹੈ। ਉਸ ਤੋਂ ਬਾਅਦ ਜਿਹੜੀ ਇਹਨਾਂ ਤੇ ਵਿਪਤਾ ਖੜੀ ਹੋਈ ਹੈਗੀ ਆ, ਮੈਨੂੰ ਲੱਗਦਾ ਕਿ ਪ੍ਰਸ਼ਾਸਨ ਹੈ ਜਿਹੜਾ ਉਹਨੇ ਨਿਕੰਮਾਪਣ ਉਹਦੇ ਵਿੱਚ ਦਿਖਾਇਆ। ਗ੍ਰਿਫਤਾਰ ਤਾਂ ਬੰਦਿਆਂ ਨੂੰ ਬਹੁਤ ਪਹਿਲਾਂ ਕਰ ਲੈਣਾ ਚਾਹੀਦਾ ਸੀਗਾ। ਮਤਲਬ ਕਿ ਜਿਹੜੇ ਰਿਵਾਲਵਰ ਨਾਲ ਕਤਲ ਕੀਤਾ ਗਿਆ ਹੈ ਉਹ ਉਸ ਮੁੰਡੇ ਦਾ ਨਹੀਂ ਸੀ, ਉਹ ਮੁੰਡੇ ਦੇ ਪਿਓ ਦਾ ਲਾਇਸੈਂਸੀ ਸੀ ਤੇ ਮਤਲਬ ਅਸਲਾ ਐਕਟ ਤਹਿਤ ਪਰਚਾ ਬਣਦਾ ਹੈ ਮੁੰਡੇ ਦੇ ਬਾਪ ਤੇ, ਕਿਉਂਕਿ ਹਥਿਆਰ ਉਸ ਦਾ, ਤਾਂ ਮਤਲਬ ਉਹਦੇ ਬਾਪ ਨੂੰ ਅਜੇ ਤੱਕ ਪਰਚਾ ਕਰਕੇ ਤੇ ਗ੍ਰਿਫਤਾਰ ਨਹੀਂ ਕੀਤਾ ਗਿਆ। ਬਿਲਕੁਲ ਜੀ, ਉਹ ਸਾਨੂੰ ਇਹ ਲੱਗਦਾ ਹੈਗਾ ਕਿ ਜਿਹੜੇ ਹਿਸਾਬ ਨਾਲ ਸਿਆਸੀ ਪਹੁੰਚ ਆ ਬੰਦੇ ਦੀ, ਉਹਦੀ ਕੀ ਸਿਆਸੀ ਪਹੁੰਚ, ਜਿਵੇਂ ਕਾਂਗਰਸ ਪਾਰਟੀ ਦਾ ਉਹ ਸਰਪੰਚ ਹੈਗਾ, ਠੀਕ ਹੈ ਨਾ, ਤੇ MLA ਸਾਹਿਬ ਨੂੰ ਵੀ ਚਾਹੀਦਾ ਹੈਗਾ ਕਿ ਇਸ ਤਰ੍ਹਾਂ ਦੀਆਂ, ਜਿਵੇਂ ਦਰਸ਼ਨ ਬਰਾੜ ਜੀ ਸਾਡੇ ਸਰਦਾਰ ਜੀ MLA ਨੇ ਇੱਥੋਂ ਦੇ ਵਿਧਾਇਕ ਨੇ, ਉਹਨਾਂ ਨੂੰ ਚਾਹੀਦਾ ਕਿ ਜਿਹੜੇ ਬੰਦੇ ਦੀ ਦੋਸ਼ ਹੈਗਾ, ਠੀਕ ਹੈ ਨਾ, ਉਹਨਾਂ ਦੀ ਪਾਰਟੀ ਦੇ ਬਲੇਮ ਲੱਗ ਰਿਹਾ ਹੈਗਾ, ਠੀਕ ਹੈ ਨਾ, ਉਹਨਾਂ ਨੂੰ ਗ੍ਰਿਫਤਾਰ ਕਰਾਉਣਾ ਚਾਹੀਦਾ, ਨਾ ਕਿ ਉਹਨਾਂ ਦਾ ਬਚਾਅ ਕਰਨਾ ਚਾਹੀਦਾ। ਪੁਲਿਸ ਵੀ ਸਾਰਾ ਦੋਸ਼ੀਆਂ ਦੇ ਪੱਖ ਦੇ ਵਿੱਚ ਖੜੀ, ਕੋਈ ਜਿਹੜੀ ਪਰਿਵਾਰ ਨੂੰ ਤਸੱਲੀ ਦੇਣ ਵਾਲੀ ਅਜੇ ਕਾਰਵਾਈ ਨਹੀਂ ਕੀਤੀ ਗਈ। ਅਸੀਂ ਮੰਗ ਕਰਦੇ ਹਾਂ ਕਿ ਜਿਹਦਾ ਅਸਲਾ ਸੀ ਉਹਨੂੰ ਵੀ ਗ੍ਰਿਫਤਾਰ ਕੀਤਾ ਜਾਵੇ। ਜੋ ਪਰਿਵਾਰ ਦੀ ਮੰਗ ਹੈ, ਪਰਿਵਾਰ ਦੀ ਮੰਗ ਦੇ ਮੁਤਾਬਕ ਜੇ ਇਹ ਪਰਿਵਾਰ ਨੇ ਜੋ ਵੀ ਕਿਹਾ, ਅਸੀਂ ਸਾਡੀ ਜਥੇਬੰਦੀ ਹੈ ਜਿਹੜੀ ਮਜ਼ਦੂਰਾਂ ਦੀ ਜਥੇਬੰਦੀ ਹੈ, ਜਿਹੜੀ ਮਜ਼ਦੂਰ ਭਾਈਚਾਰੇ ਦੀ ਜਥੇਬੰਦੀ ਹੈ ਜਿਹੜੀ, ਅਸੀਂ ਇਸ ਪਰਿਵਾਰ ਦੇ ਨਾਲ ਮੋਢਾ ਜੋੜ ਕੇ ਖੜੇ ਹਾਂ। ਜਿਸ ਤਰ੍ਹਾਂ ਦਾ ਵੀ ਇਹ ਕਹਿਣਗੇ ਉਸ ਤਰ੍ਹਾਂ ਹੀ ਅਸੀਂ ਆ ਜਿਹੜਾ ਵੱਧ ਚੜ ਕੇ ਇਹਨਾਂ ਦੇ ਨਾਲ ਜਿਹੜਾ ਸਹਿਯੋਗ ਔਰ ਇਹਨਾਂ ਦੀ ਮਦਦ, ਔਰ ਦੂਸਰਾ ਇਹ ਹੈਗਾ ਕਿ ਜਿੰਨੇ ਵੀ ਸਾਡੀ ਡਿਊਟੀ ਲਾਉਣਗੇ ਇਹ ਉਵੇਂ ਹੀ ਅਸੀਂ ਆ ਜਿਹੜਾ ਇਹਨਾਂ ਦਾ ਸਾਥ ਦੇਵਾਂਗੇ। ਇਹੀ ਆ ਕਿ ਇਸ ਪਰਿਵਾਰ ਦੇ ਵਿੱਚ ਜਿਹੜਾ ਘਟਨਾਕ੍ਰਮ ਹੋਇਆ ਉਹ ਛੋਟੀ ਗੱਲ ਨਹੀਂ ਹੈਗੀ। ਸਾਡੇ ਆਪ ਦੇ ਧੀਆਂ ਭੈਣਾਂ ਹੈ, ਅਸੀਂ ਆਪ ਚਿੰਤਤ ਹੁੰਦੇ ਆ। ਮੇਰੀ ਭੈਣ ਇੱਥੇ ਸਿੱਖੇ ਵਿਆਹੀ ਹੋਈ ਆ, ਉਹ ਲਗਭਗ ਮੰਨ ਕੇ ਸਕੂਲ ਦੇ ਵਿੱਚ 4 ਕੁੜੀਆਂ ਪੜ੍ਹਦੀਆਂ। ਸਾਨੂੰ ਵੀ ਚਿੰਤਾ ਹੁੰਦੀ ਹੈ ਜਦੋਂ ਉਹਨੇ ਮੈਨੂੰ ਰਾਤ ਕਹਿ ਕੇ ਮਾਮਾ ਆਹ ਗੱਲ ਹੋ ਗਈ ਆ, ਤੇ ਸਾਨੂੰ ਆਪ ਨੂੰ ਬੜੀ ਟੈਨਸ਼ਨ ਹੁੰਦੀ ਹੈਗੀ ਆ ਵੀ ਸਾਡੀਆਂ ਮਟਿਆਰਾਂ ਧੀਆਂ ਭੈਣਾਂ ਜਿਹੜੀਆਂ ਉਹ ਕਿਹੜੇ ਪਾਸੇ ਨੂੰ ਜਾਣ, ਪ੍ਰਸ਼ਾਸਨ ਕਿੱਥੇ, ਕਿਹੜੀ ਗੂੜੀ ਨੀਂਦ ਜਿਹੜਾ ਸੁੱਤਾ ਪਿਆ ਹੈਗਾ, ਕਿਉਂ ਨਹੀਂ ਕਾਰਵਾਈ ਕਰ ਰਿਹਾ ਹੈਗਾ। ਇਸ ਕਰਕੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਪਰਿਵਾਰ ਦੇ ਨਾਲ ਜਿਹੜਾ ਨਿਆਂ ਕਰਨਾ ਚਾਹੀਦਾ, ਔਰ ਦੋਸ਼ੀਆਂ ਨੂੰ, ਜਿਹੜੇ ਦੋਸ਼ੀ ਹੈਗੇ ਆ ਉਹਨਾਂ ਨੂੰ ਫੜ ਕੇ ਜੇਲ੍ਹ ਦੇ ਅੰਦਰ ਤੁਲਣਾ ਚਾਹੀਦਾ। ਭੈਣ ਜੀ, ਇਹ ਮੰਗਾ ਸਿੰਘ ਜੀ ਹੋਰਾਂ ਨੇ ਦੱਸਿਆ ਕਿ ਤੁਹਾਡੇ ਕੋਈ ਮੋਬਾਈਲ ਫੋਨ ਵੀ ਪੁਲਿਸ ਆ ਜਿਹੜੀ ਉਹ ਲੈ ਗਈ ਹੈ, ਇਹ ਕੀ ਗੱਲਬਾਤ ਹੈ, ਇਹਦੇ ਬਾਰੇ ਜ਼ਰੂਰ ਦੱਸੋ। ਹਾਂਜੀ, ਮੇਰਾ ਫੋਨ ਫੜ ਕੇ ਲੈ ਗਏ ਮੈਨੂੰ। ਮੈਂ ਉਹਨਾਂ ਨੂੰ ਐਂ ਦੱਸਿਆ ਸੀਗਾ ਵੀ ਸਾਨੂੰ, ਉਹ ਕਹਿੰਦੇ ਕਿਵੇਂ ਪਤਾ ਲੱਗਾ। ਮੈਂ ਕਿਹਾ ਜੀ ਸਾਨੂੰ ਅਨਨੋਨ ਨੰਬਰ ਤੋਂ ਕਾਲ ਆਈ ਸੀ। ਕਿੰਨੇ ਫੋਨ ਤੁਹਾਡੇ ਪੁਲਿਸ ਦੇ ਕਬਜ਼ੇ 'ਚ ਨੇ? ਇੱਕ ਤਾਂ ਉਹ ਬੱਚੀਆਂ ਦਾ ਜੀ, ਇੱਕ ਜਿਹੜਾ ਮੇਰੇ ਕੋਲ ਘਰ ਸੀ ਆ ਉਹ ਲੈ ਗਏ। ਤੁਹਾਡੇ ਕੋਲ ਜਿਹੜਾ ਘਰ ਸੀ ਮੋਬਾਈਲ ਫੋਨ ਉਹ ਵੀ ਪੁਲਿਸ ਲੈ ਗਈ? ਹਾਂਜੀ, ਉਹ ਵੀ ਲੈ ਗਏ ਜੀ। ਅੱਛਾ, ਤੁਸੀਂ ਇਹ ਕਿਹਾ ਨਹੀਂ ਕਿ ਇਹ ਫੋਨ ਤੁਸੀਂ ਕਿਉਂ ਲੈ ਕੇ ਜਾ ਰਹੇ? ਜਦੋਂ ਮੈਨੂੰ ਕਿਹਾ ਜੀ ਇਹਦਾ ਮੈਨੂੰ ਉਹ ਦੱਸੋ ਲੋਕ, ਤੇ ਵੀ ਮੈਂ ਨੰਬਰ ਦੇਖਣਾ। ਮੈਂ ਕਿਹਾ ਤੁਹਾਨੂੰ ਅਸੀਂ ਦੱਸ ਦਿੰਦੇ ਹਾਂ ਵੀ ਨੰਬਰ ਕੀ ਨੰਬਰ ਹੈ, ਬੋਲ ਕੇ ਦੱਸ ਦਿੰਦੇ। ਕਹਿੰਦੇ ਨਹੀਂ ਮੈਨੂੰ ਦੱਸੋ। ਉਹ ਦੇਖਣ ਦੇ ਮਾਰੇ ਤੇ ਬਸ ਨਾਲ ਲੈ ਗਏ ਜੇਬ 'ਚ ਪਾ ਕੇ। ਭਾਈ ਸਾਹਿਬ ਬੈਠੇ ਨੇ, ਕਿਸ ਜਥੇਬੰਦੀ ਵੱਲੋਂ ਤੁਸੀਂ ਇਸ ਪਰਿਵਾਰ ਦੇ ਵਿੱਚ ਦੁੱਖ 'ਚ ਅੱਜ ਸ਼ਾਮਲ ਹੋਏ ਹੋ? ਮੈਂ ਬਹੁਜਨ ਸਮਾਜ ਪਾਰਟੀ ਵੱਲੋਂ ਜੀ, ਬਹੁਜਨ ਸਮਾਜ ਜ਼ਿਲ੍ਹਾ ਮੋਗੇ ਦਾ ਮੈਂ ਜਨਰਲ ਸੈਕਟਰੀ ਜੀ। ਹਾਂਜੀ, ਤੁਸੀਂ ਕੀ ਮੰਗ ਕਰਦੇ ਹੋ ਇਸ ਜੋ ਧੱਕਾ ਵਾਪਰਿਆ ਇਹਦੀ? ਸੋ ਕੋ ਮੰਦਾ ਆਖੀ ਜਿੱਤ ਜਮੇ ਰਜਾਨ ਦੀ ਧਰਤੀ ਤੇ, ਬਾਬੇ ਨਾਨਕ ਦੀ ਧਰਤੀ ਤੇ ਜਿਹੜਾ ਕੁੜੀਆਂ ਦੇ ਨਾਲ ਇਹ ਕਾਨੂੰਨੀ ਹਰਕਤ ਹੋਈ ਹੈ, ਸਰਪੰਚ ਦੇ ਮੁੰਡੇ ਨੇ ਦੋਨਾਂ ਕੁੜੀਆਂ ਨੂੰ ਕਤਲ ਕੀਤਾ, ਉਸ ਦੀ ਅਸੀਂ ਪੁਰਜੋਰ ਨਿੰਦਾ ਕਰਦੇ ਹਾਂ ਤੇ ਮੰਗ ਕਰਦੇ ਹਾਂ ਕਿ ਪਰਿਵਾਰ ਨੂੰ ਪੂਰਾ ਇਨਸਾਫ ਮਿਲੇ, ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣ, ਅਤੇ ਜਿਵੇਂ ਕਿ
ਦੂਸਰੇ ਲੋਕਾਂ ਦੀਆਂ ਆਰਥਿਕ ਮਦਦ ਕਰਦੀ ਹੈ ਸਰਕਾਰ। ਸਰਕਾਰ ਚਾਹੇ ਆਪਣੇ ਕੋਟੇ ਦੇ ਵਿੱਚੋਂ, ਸਾਡੀ ਮੰਗ ਇਹ ਹੈ ਪਰਿਵਾਰ ਦੇ ਇਹਨਾਂ ਨੂੰ 50 ਲੱਖ ਰੁਪਏ ਦੀ ਘੱਟ ਤੋਂ ਘੱਟ ਇਹ ਸਰਕਾਰ ਤੋਂ ਅਸੀਂ ਮੰਗ ਕਰਦੇ ਹਾਂ। ਨੰਬਰ 2 ਤੇ ਪੀੜਤ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੀ ਅਸੀਂ ਮੰਗ ਕਰਦੇ ਹਾਂ ਬਹੁਤ ਸਮੇਂ ਪਾਰਟੀ ਵੱਲੋਂ। ਕਿਰਤੀ ਕਿਸਾਨ ਯੂਨੀਅਨ ਦੇ ਆਗੂ ਵੀ ਇੱਥੇ ਬੈਠੇ ਨੇ। ਪੰਜਾਬ ਵਾਸੀਓ, ਦੁਬਾਰਾ ਫਿਰ ਦੱਸ ਦਈਏ ਕਿ ਸੇਖਾ ਖੁਰਦ ਦੇ ਵਿੱਚ ਅਸੀਂ ਮੌਜੂਦ ਹਾਂ, ਜਿੱਥੇ 2 ਦਿਨ ਪਹਿਲਾਂ 2 ਜਵਾਨ ਧੀਆਂ ਨੂੰ ਇੱਕ ਤਾਕਤ ਦੇ ਨਸ਼ੇ 'ਚ ਹੰਕਾਰੇ ਹੋਏ ਗੁੰਡਾ ਮਾਨਸਿਕਤਾ ਵਾਲੇ ਇੱਕ ਨੌਜਵਾਨ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਤੇ ਅੱਜ ਉਹ ਦੋਵੇਂ ਭੈਣਾਂ ਜਿਹੜੀਆਂ ਇਸ ਘਰ ਦੇ ਵਿੱਚੋਂ ਪੇਪਰ ਦੇਣ ਗਈਆਂ ਸੀਗੀਆਂ, ਉਹ ਲਾਸ਼ਾਂ ਬਣ ਕੇ ਉਹ ਸਾਹਮਣੇ ਜਿਹੜੇ ਕੈਬਨ ਨੇ ਉਹਨਾਂ ਕੈਬਨਾਂ ਦੇ ਵਿੱਚ ਇਸ ਘਰ ਦੇ ਵਿੱਚ ਇਸ ਟਾਈਮ ਪਈਆਂ ਨੇ। ਪਰਿਵਾਰ ਉਹਨਾਂ ਦਾ ਸੰਸਕਾਰ ਇਸ ਕਰਕੇ ਕਰਨ ਨਹੀਂ ਜਾ ਰਿਹਾ ਕਿਉਂਕਿ ਪਰਿਵਾਰ ਨੂੰ ਇਹ ਲੱਗਦਾ ਕਿ ਇਨਸਾਫ ਨਹੀਂ ਮਿਲ ਰਿਹਾ। ਲੜਕੀ ਦੀ ਮਾਤਾ ਜੀ, ਲੜਕੀ ਦੇ ਪਿਤਾ ਜੀ ਨੇ ਵੀ ਇਹ ਗੱਲ ਕਹੀ ਹੈ ਕਿ ਸਾਨੂੰ ਇਨਸਾਫ ਨਹੀਂ ਮਿਲ ਰਿਹਾ। ਸਾਡੇ ਨਾਲ ਤੁਸੀਂ ਸਾਰੇ ਲੋਕ ਖੜੋ। ਕਿਰਤੀ ਕਿਸਾਨ ਯੂਨੀਅਨ ਦੇ ਆਗੂ ਬੈਠੇ ਨੇ। ਕੀ ਨਾਮ ਵੀਰ ਜੀ ਤੁਹਾਡਾ? ਚਮਕੌਰ ਸਿੰਘ, ਬਲਾਕ ਪ੍ਰਧਾਨ ਬਲਾਗਾ ਪੁਰਾਣਾ, ਕਿਰਤੀ ਕਿਸਾਨ ਦੇ ਆਗੂ। ਤੁਸੀਂ ਕੀ ਮੰਗ ਕਰਦੇ ਹੋ ਜੀ ਇਸ ਪਰਿਵਾਰ ਦੇ ਇਨਸਾਫ ਲਈ? ਸਭ ਤੋਂ ਪਹਿਲਾਂ ਤਾਂ ਜਿਹੜੀ ਇਹ ਹੋਈ ਆ ਘਟਨਾ ਪਿੰਡ ਦੇ ਸਰਪੰਚ ਦੇ ਮੁੰਡੇ ਨੇ ਕੀਤੀ ਆ, ਇਹ ਬਹੁਤ ਗਲਤ ਕੀਤਾ ਵੀ ਇੱਕ ਤਾਂ ਪਿੰਡ ਦੇ ਵਿੱਚ ਹੋਣ ਦੇ ਬਾਵਜੂਦ। ਬਾਕੀ ਤੁਸੀਂ ਪਹਿਲਾਂ ਵੀ ਗੱਲ ਮੰਗਾ ਸਿੰਘ ਨੇ ਵੀ ਕੀਤੀ, ਹੋਰ ਸਾਥੀਆਂ ਨੇ ਕੀਤੀ ਵੀ ਜਿਹੜਾ ਔਰਤ ਜਾਤ ਨੂੰ ਤਕਰੀਬਨ ਤਾਂ ਇਹ ਪੈਰ ਦੀ ਜੁੱਤੀ ਪਰਿਵਾਰ ਦੇ ਵਿੱਚ ਵੀ ਸਮਝਿਆ ਜਾਂਦਾ, ਸਮਾਜ ਦੇ ਵਿੱਚ ਵੀ ਸਮਝਿਆ ਜਾਂਦਾ ਵੀ ਜਾਂ ਉਹ ਕੋਈ ਵਸਤੂ ਆ ਜਾਂ ਇਹਨੂੰ ਵਰਤੋਂ ਕਰ ਲਓ, ਬਾਅਦ 'ਚ ਇਹਨੂੰ ਛੱਡ ਦਿਓ, ਜਾਂ ਕੋਈ ਚੀਜ਼ ਹੈਗੀ ਇਸ ਤਰ੍ਹਾਂ ਦਾ ਬਣਾਇਆ ਵਾ। ਦੁੱਖ ਬਹੁਤ ਗਹਿਰਾ ਹੈ, ਇਨਸਾਫ ਨਹੀਂ ਮਿਲ ਰਿਹਾ। ਪਰਿਵਾਰ ਦਾ ਕਹਿਣਾ ਹੈ ਕਿ ਇਸੇ ਕਰਕੇ ਸੰਸਕਾਰ ਕਰਨ ਦੇ ਲਈ ਇਹ ਦੋਵਾਂ ਭੈਣਾਂ ਦੇ ਜਿਹੜੇ ਮ੍ਰਿਤਕ ਸਰੀਰ ਨੇ ਉਹਨਾਂ ਨੂੰ ਨਹੀਂ ਲੈ ਕੇ ਜਾਇਆ ਜਾ ਰਿਹਾ। ਇੱਕ ਗੱਲ ਹੋਰ ਬਹੁਤ ਗਲਤ ਹੈ, ਜਿਹੜੀ ਮੀਡੀਆ ਦਾ ਇੱਕ ਹਿੱਸਾ ਪੜਤਾਲ ਕੀਤੇ ਬਿਨਾ, ਪਰਿਵਾਰਾਂ ਤੱਕ ਪਹੁੰਚ ਕੀਤੇ ਬਿਨਾ ਕਾਹਲੀ ਦੇ ਵਿੱਚ ਕੁਝ ਗਲਤ ਖਬਰਾਂ ਪੇਸ਼ ਕਰ ਦਿੰਦਾ, ਜਿਹਦੇ ਨਾਲ ਪਰਿਵਾਰਾਂ ਨੂੰ ਦੁੱਖ ਦੀ ਘੜੀ ਦੇ ਵਿੱਚ ਹੋਰ ਗਹਿਰੇ ਦੁੱਖ ਦਾ ਸਾਹਮਣਾ ਕਰਨਾ ਪੈਂਦਾ ਹੈ। ਪਿਛਲੇ ਦਿਨੀ ਮੀਡੀਆ ਦੇ ਇੱਕ ਹਿੱਸੇ ਨੇ ਇਹ ਖਬਰ ਦਿੱਤੀ ਕਿ ਲੜਕੀਆਂ ਦੋਨੇ ਡਾਂਸਰ ਸੀਗੀਆਂ, ਡਾਂਸ ਕਰਦੀਆਂ ਸੀ। ਜਿਹੜੀ ਸਾਨੂੰ ਇੱਥੇ ਪਰਿਵਾਰ ਤੋਂ ਪਤਾ ਲੱਗਿਆ ਕਿ ਇਹ ਗੱਲ ਝੂਠੀ ਹੈ, ਇਹ ਗੱਲ ਸਹੀ ਨਹੀਂ ਹੈ। ਅਸੀਂ ਦੁੱਖ ਦੀ ਘੜੀ ਦੇ ਵਿੱਚ ਇੱਕ ਸ਼ਬਦ ਲੜਕੀਆਂ ਦੀ ਮਾਤਾ ਜੀ ਬੈਠੇ ਨੇ, ਉਹਨਾਂ ਤੋਂ ਪੁੱਛਣਾ, ਆਪਣੀਆਂ ਬੱਚੀਆਂ ਕੋਈ ਡਾਂਸਿੰਗ ਦਾ ਕੰਮ ਵੀ ਕਰਦੀਆਂ ਸੀ? ਕੋਈ ਡਾਂਸਿੰਗ ਦਾ ਕੰਮ ਨਹੀਂ ਕਰਦੀਆਂ ਜੀ। ਮੇਰੇ ਬੱਚੇ ਤਾਂ ਮੁੰਡਿਆਂ ਵਰਗੇ ਸੀ, ਮੈਂ ਮੁੰਡਿਆਂ ਵਾਂਗੂ ਪਾਲੇ, ਘਰੇ ਰਹਿਣ ਵਾਲੇ ਮਾਵਾਂ ਧੀਆਂ, ਕੰਮ ਕਰਦੇ ਹਾਂ ਅਸੀਂ, ਕੱਪੜੇ ਸਿਉਂਦੇ ਹਾਂ, ਨਿੱਕੀ ਦੁਕਾਨ ਹੈ ਬਿਊਟੀ ਪਾਰਲਰ ਦੀ, ਉੱਥੇ ਕੰਮ ਕਰਦੇ ਹਾਂ ਬਸ, ਹੋਰ ਕੋਈ ਕੰਮ ਨਹੀਂ ਗਾ ਸਾਡਾ। ਦੇਖੋ, ਇਹ ਗੱਲ ਸਾਫ਼ ਹੋ ਗਈ ਕਿ ਡਾਂਸਿੰਗ ਦਾ ਕੰਮ ਨਹੀਂ ਕਰਦੀਆਂ ਸੀ ਕੁੜੀਆਂ, ਪੜ੍ਹਦੀਆਂ ਸੀਗੀਆਂ ਤੇ ਮਾਂ-ਬਾਪ ਮਜ਼ਦੂਰੀ ਕਰਦਾ, ਮਜ਼ਦੂਰੀ ਕਰਕੇ ਆਪਣੇ ਬੱਚਿਆਂ ਨੂੰ ਪੜ੍ਹਾ ਲਿਖਾ ਰਿਹਾ ਸੀ। ਔਰ ਜਿਹੜੀਆਂ ਕੁਝ ਖਬਰਾਂ ਦੇ ਵਿੱਚ ਕੁਝ ਗਲਤ ਚੀਜ਼ਾਂ ਪੇਸ਼ ਕੀਤੀਆਂ ਗਈਆਂ ਨੇ, ਮੀਡੀਆ ਨੂੰ ਇਹਨਾਂ ਗੱਲਾਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ, ਪੜਤਾਲ ਕਰਨ ਤੋਂ ਬਾਅਦ ਹੀ ਖਬਰ ਦੇਣੀ ਚਾਹੀਦੀ ਹੈ। ਅਸੀਂ ਇਸ ਤੋਂ ਬਾਅਦ ਹੁਣ ਪ੍ਰਸ਼ਾਸਨ ਬਾਹਰ DSP ਸਾਹਿਬ ਬੈਠੇ ਨੇ, ਉਹਨਾਂ ਨਾਲ ਗੱਲ ਕਰਾਂਗੇ। ਇਹ ਉਹ 2 ਭੈਣਾਂ ਨੇ ਜਿਹੜੀਆਂ ਇਸ ਘਰ ਦੇ ਵਿੱਚੋਂ ਹੱਸਦੀਆਂ ਖੇਡਦੀਆਂ ਗਈਆਂ ਸੀਗੀਆਂ ਆਪਣੇ ਪੇਪਰ ਦੇਣ ਦੇ ਲਈ, ਔਰ ਮ੍ਰਿਤਕ ਸਰੀਰ ਬਣ ਕੇ ਉਹ ਇਸ ਘਰ ਦੇ ਵਿੱਚ ਵਾਪਸ ਆਈਆਂ ਨੇ। ਲੜਕੀਆਂ ਦੇ ਨਾਲ ਪੰਜਾਬ ਦੇ ਵਿੱਚ ਰੋਜ਼ ਜਿਹੜੇ ਇਹ ਧੱਕੇ ਵਾਪਰ ਰਹੇ ਨੇ, ਇੱਕ ਬਹੁਤ ਵੱਡਾ ਸਵਾਲੀਆ ਨਿਸ਼ਾਨ ਨੇ ਸਾਡੇ ਸਮਾਜ ਦੇ ਉੱਪਰ, ਇੱਥੋਂ ਦੇ ਸਰਕਾਰਾਂ ਦੇ ਉੱਪਰ, ਇੱਥੋਂ ਦੇ ਪੁਲਿਸ ਪ੍ਰਸ਼ਾਸਨ ਦੇ ਉੱਪਰ ਇੱਕ ਬਹੁਤ ਵੱਡਾ ਪ੍ਰਸ਼ਨ ਚਿੰਨ੍ਹ। ਬਾਬੇ ਨਾਨਕ ਦੀ ਧਰਤੀ ਜਿੱਥੇ ਸੋ ਕਿਉ ਮੰਦਾ ਆਖੀਏ ਦੀ ਗੱਲ ਕੀਤੀ ਗਈ, ਔਰ ਇਸ ਪਰਿਵਾਰ ਦਾ ਦੁੱਖ ਅੱਜ ਸ਼ਬਦਾਂ ਦੇ ਵਿੱਚ ਬਿਆਨ ਕਰਨਾ ਔਖਾ ਹੈ। ਇਹ ਜਿਹੜੇ ਲੜਕੀ ਦੇ ਮਾਤਾ ਜੀ, ਲੜਕੀਆਂ ਦੋਨਾਂ ਧੀਆਂ ਦੇ ਜਿਹੜੇ ਮਾਂ ਔਰ ਭੈਣ ਨੇ, ਜਿਸ ਗਹਿਰੇ ਦੁੱਖ ਦੇ ਸਦਮੇ ਦੇ ਅੰਦਰ ਹਨ, ਉਹਨਾਂ ਦੇ ਸਦਮੇ ਨੂੰ ਸ਼ਬਦਾਂ 'ਚ ਬਿਆਨ ਕਰਨਾ ਸੰਭਵ ਨਹੀਂ ਹੈ। ਇਹ ਜੋ ਰੋਜ਼ਾਨਾ ਦਾ ਜ਼ਬਰ ਇੱਥੇ ਹੋ ਰਿਹਾ ਹੈ, ਜਦ ਆਪਾਂ ਇਹਦੇ ਕਾਰਨਾਂ ਦੀ ਗੱਲ ਕਰਦੇ ਹਾਂ ਤਾਂ ਇਹਦੇ ਕਾਰਨਾਂ ਦੇ ਵਿੱਚ
ਜਿੱਥੇ ਸਾਡੇ ਸਮਾਜ ਦੀ ਮਾਨਸਿਕਤਾ ਜ਼ਿੰਮੇਵਾਰ ਹੈ, ਉੱਥੇ ਸਰਕਾਰਾਂ ਵੀ ਉਨੀ ਮੁਸ਼ਤੈਦੀ ਦੇ ਨਾਲ ਨਹੀਂ ਕੰਮ ਕਰਦੀਆਂ ਜਿੰਨੀ ਜ਼ਰੂਰਤ ਹੈ। ਔਰ ਜਿਹੜਾ ਇੱਥੇ ਇੱਕ ਗੀਤਾਂ ਦਾ ਸੱਭਿਆਚਾਰ, ਜਿਹੜਾ ਗਾਇਕੀ ਹੈ, ਉਹ ਵੀ ਕਿਤੇ ਨਾ ਕਿਤੇ ਇਹੋ ਜਿਹੀਆਂ ਘਟਨਾਵਾਂ ਦੇ ਲਈ ਜ਼ਿੰਮੇਵਾਰ ਹੈ। ਉਹ ਗਾਇਕੀ, ਜਿਸ ਗਾਇਕੀ ਦੇ ਵਿੱਚ ਹਥਿਆਰਾਂ ਨੂੰ ਪ੍ਰਮੋਟ ਕੀਤਾ ਜਾਂਦਾ ਹੈ, ਗੁੰਡਾਗਰਦੀ ਨੂੰ ਪ੍ਰਮੋਟ ਕੀਤਾ ਜਾਂਦਾ ਹੈ, ਧੀਆਂ ਭੈਣਾਂ ਦੀ ਛੇੜਛਾੜ ਨੂੰ ਪ੍ਰਮੋਟ ਕੀਤਾ ਜਾਂਦਾ ਹੈ, ਉਹ ਗਾਇਕੀ ਵੀ ਕਿਤੇ ਨਾ ਕਿਤੇ ਇਹੋ ਜਿਹੀਆਂ ਦਰਦਨਾਕ ਤੇ ਮਾੜੀਆਂ ਘਟਨਾਵਾਂ ਦੇ ਲਈ ਜ਼ਿੰਮੇਵਾਰ ਬਣਦੀ ਹੈ। ਜਦੋਂ ਇਹੋ ਜਿਹੇ ਗੀਤ ਆਉਣਗੇ ਕਿ ਵੈਲੀ ਬਣ ਮਿੱਤਰਾ, ਜਦੋਂ ਇਹੋ ਜਿਹੇ ਗੀਤ ਆਉਣਗੇ 7 ਖੂਨ ਮਾਫ ਹੁੰਦੇ ਵੈਲੀ ਜੱਟ ਨੂੰ, ਜਦੋਂ ਇਹੋ ਜਿਹੇ ਗੀਤ ਆਉਣਗੇ ਕਿ ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ, ਇੱਕ ਝਾਕਾ ਨਾਰਾਂ ਦਾ, ਤਾਂ ਫਿਰ ਇਹ ਗੀਤ ਲੋਕਾਂ ਦੀ, ਨੌਜਵਾਨਾਂ ਦੀ ਮਾਨਸਿਕਤਾ ਤੇ ਕਿੰਨਾ ਗੰਦਾ ਅਸਰ ਕਰਦੇ ਨੇ। ਜਿਹੜੇ ਇਸ ਟਾਈਮ ਜਿਹੜਾ ਗੀਤ ਕਲਚਰ ਔਰ ਜਿਹੜੀ ਗਾਇਕੀ ਔਰ ਜਿਹੜੀਆਂ ਫਿਲਮਾਂ ਆ ਰਹੀਆਂ ਨੇ, ਉਹਨਾਂ ਦੇ ਰਾਹੀਂ ਜੋ ਪਰੋਸਿਆ ਜਾ ਰਿਹਾ ਹੈ, ਉਹ ਵੀ ਕਿਤੇ ਨਾ ਕਿਤੇ ਇਹੋ ਜਿਹੀਆਂ ਜਿਹੜੀਆਂ ਮਾੜੀਆਂ ਘਟਨਾਵਾਂ ਨੇ ਉਹਨਾਂ ਦਾ ਕਾਰਨ ਬਣਦਾ ਹੈ। 2 ਜਵਾਨ ਧੀਆਂ ਜਿਨ੍ਹਾਂ ਨੂੰ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ, ਪਰਿਵਾਰ ਅੱਜ ਉਹਨਾਂ ਦੀਆਂ ਮ੍ਰਿਤਕ ਦੇਹਾਂ ਰੱਖ ਕੇ ਬੈਠਾ, ਸੰਸਕਾਰ ਨਹੀਂ ਕੀਤਾ ਜਾ ਰਿਹਾ। ਪਰਿਵਾਰ ਦਾ ਕਹਿਣਾ ਹੈ ਕਿ ਕਿਤੇ ਨਾ ਕਿਤੇ ਇਨਸਾਫ ਦੇ ਵਿੱਚ ਘਾਟ ਰਹਿ ਰਹੀ ਹੈ। ਪਰਿਵਾਰ ਨਾਲ ਗੱਲ ਕਰਨ ਤੋਂ ਬਾਅਦ ਹੁਣ ਆਪਾਂ ਜਿਹੜੇ ਪ੍ਰਸ਼ਾਸਨਿਕ ਉੱਚ ਨੁਮਾਇੰਦੇ ਇੱਥੇ ਪਹੁੰਚੇ ਨੇ, ਆਪਾਂ ਉਹਨਾਂ ਦੇ ਨਾਲ ਵੀ ਗੱਲ ਕਰਦੇ ਹਾਂ। ਡੀਐਸਪੀ ਸਾਹਿਬ ਆਏ ਨੇ, ਡੀਐਸਪੀ ਸਾਹਿਬ ਨਾਲ ਆਪਾਂ ਗੱਲ ਕਰਦੇ ਹਾਂ ਕਿ ਜੋ ਪਰਿਵਾਰ ਦੇ ਸਵਾਲ ਨੇ ਆਖਰ ਉਹ ਕਿਉਂ ਨੇ ਔਰ ਪੁਲਿਸ ਪ੍ਰਸ਼ਾਸਨ ਦੇ ਕੋਲ ਕਿਸ ਤਰ੍ਹਾਂ ਦਾ ਜਵਾਬ ਹੈ। ਸਤਿ ਸ਼੍ਰੀ ਅਕਾਲ ਸਰ। ਸਰ, ਇਹ ਜੋ ਘਟਨਾ ਵਾਪਰੀ ਹੈ, ਪਰਿਵਾਰ ਨਾਲ ਗੱਲ ਕੀਤੀ ਹੈ, ਪਰਿਵਾਰ ਕਹਿੰਦਾ ਕਿ ਜਿਹੜਾ ਰਿਵਾਲਵਰ ਸੀਗਾ ਉਹ ਲੜਕੇ ਦੇ ਪਿਤਾ ਦਾ ਰਿਵਾਲਵਰ ਹੈ, ਤਾਂ ਪਰਿਵਾਰ ਕਹਿੰਦਾ ਹੈ ਕਿ ਠੀਕ ਹੈ ਜੀ, ਤਾਂ ਉਹ ਕਹਿ ਰਹੇ ਕਿ ਜਿਹੜਾ ਲਾਇਸੈਂਸੀ ਰਿਵਾਲਵਰ ਲੜਕੇ ਦੇ ਪਿਤਾ ਦਾ, ਤਾਂ ਕਹਿੰਦੇ ਕਿ ਉਹਦੇ ਉੱਪਰ ਕਾਰਵਾਈ ਅਜੇ ਤੱਕ ਨਹੀਂ ਹੋਈ। ਜਿਹੜਾ ਲਾਇਸੈਂਸੀ ਰਿਵਾਲਵਰ ਸਰਪੰਚ ਜਗਦੇਵ ਸਿੰਘ ਦੇ ਮੁੰਡੇ ਵੱਲੋਂ ਵਰਤਿਆ ਗਿਆ, ਉਹਦੇ ਵਿੱਚ ਅਸੀਂ ਜੁਰਮ ਦਾ ਵਾਅਦਾ ਕਰਤਾ ਤੇ ਅੱਜ ਸ਼ਾਮ ਤੱਕ ਅਸੀਂ ਆ ਜਿਹੜਾ ਦੂਜਾ ਮੁਲਜ਼ਮ ਵੀ ਅਰੈਸਟ ਕਰ ਲਾਂਗੇ। ਠੀਕ ਹੈ ਸਰ, ਕੋਈ ਕਿਸੇ ਕਿਸਮ ਦਾ ਪਰਿਵਾਰ ਦੇ ਲੜਕੀ ਦੇ ਮਾਤਾ ਔਰ ਪਿਤਾ ਨੇ ਕਿਹਾ ਮੀਡੀਆ ਨੂੰ ਕਿ ਪੁਲਿਸ ਪ੍ਰਸ਼ਾਸਨ ਦੇ ਉੱਪਰ ਰਾਜਨੀਤਿਕ ਦਬਾਅ ਹੈ, ਐਮਐਲਏ ਜਿਹੜਾ ਹੈ ਉਹ ਦੋਸ਼ੀਆਂ ਦੀ ਮਦਦ ਕਰ ਰਹੇ ਨੇ, ਤਾਂ ਇਸ ਤਰ੍ਹਾਂ ਦਾ ਕੋਈ ਰਾਜਨੀਤਿਕ ਦਬਾਅ ਪ੍ਰਸ਼ਾਸਨ ਦੇ ਉੱਪਰ ਹੈ ਜੀ ਕਿਸੇ ਕਿਸਮ ਦਾ? ਇਹੋ ਜਿਹਾ ਸਾਡੇ ਤੇ ਕੋਈ ਦਬਾਅ ਨਹੀਂ। ਜੇ ਸਾਡੇ ਤੇ ਦਬਾਅ ਹੁੰਦਾ ਤਾਂ ਅਸੀਂ ਚੰਦ ਘੰਟਿਆਂ 'ਚ ਹੀ ਜਿਹੜਾ ਦੋਸ਼ੀ ਨੂੰ ਅਰੈਸਟ ਕਰ ਲਿਆ। ਇਹੋ ਜਿਹੀ ਕੋਈ ਗੱਲ ਨਹੀਂ, ਇਹ ਗਲਤ ਹੈ। ਠੀਕ ਹੈ ਜੀ, ਕਿਹੜੀਆਂ ਧਾਰਾਵਾਂ ਤਹਿਤ ਕਾਰਵਾਈ ਕੀਤੀ ਗਈ ਹੈ ਜੀ? ਅਸੀਂ ਜਿਹੜਾ ਮੁਕੱਦਮਾ ਪਹਿਲਾਂ 307, 302, 25 ਆਰਮ ਐਕਟ ਤੇ SC ST ਐਕਟ ਦਾ ਦਰਜ ਕੀਤਾ, ਉਹਦੇ ਵਿੱਚ ਜੋ ਦੂਜੀ ਲੜਕੀ ਦੀ ਡੈਥ ਹੋਣ ਤੇ ਜਿਹੜਾ ਮੁਕੱਦਮਾ 302 ਚ ਰਹਿ ਗਿਆ। ਠੀਕ ਹੈ ਜੀ। ਇੱਕ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਪਰਿਵਾਰ ਦੇ ਉੱਪਰ ਵੀ ਦਬਾਅ ਪਾਉਣ ਦੀ ਕੋਈ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੇ ਇਸ ਤਰ੍ਹਾਂ ਦੀ ਕੋਸ਼ਿਸ਼ ਹੋਈ ਤਾਂ ਪੁਲਿਸ ਇਸ ਦੇ ਵਿੱਚ ਕਿਸ ਤਰ੍ਹਾਂ ਦੀ ਕਾਰਵਾਈ ਕਰੇਗੀ? ਪੁਲਿਸ ਜਿਹੜੀ ਆ ਨਿਰਪੱਖ ਹੋ ਕੇ ਆਪ ਦੀ ਜਿਹੜੀ ਆ ਕਾਰਵਾਈ ਕਰ ਰਹੀ ਹੈ। ਇਸ ਵੇਲੇ ਸਾਡੇ ਤੇ ਕੋਈ ਰਾਜਨੀਤਿਕ ਦਬਾਅ ਨਹੀਂ ਹੈਗਾ। ਡੀਐਸਪੀ ਸਾਹਿਬ ਦਾ ਕਹਿਣਾ ਹੈ ਕਿ ਕਿਸੇ ਕਿਸਮ ਦਾ ਸਾਡੇ ਤੇ ਕੋਈ ਦਬਾਅ ਨਹੀਂ ਹੈ। ਇੱਕ ਪਾਸੇ ਜਿਹੜਾ ਲੜਕੀ ਦਾ ਪਰਿਵਾਰ ਹੈ, ਲੜਕੀ ਦੇ ਮਾਤਾ ਜੀ, ਲੜਕੀ ਦੇ ਪਿਤਾ ਜੀ ਔਰ ਜਿਹੜੇ ਹੋਰ ਰਿਸ਼ਤੇਦਾਰ ਨੇ, ਉਹ ਕਹਿ ਰਹੇ ਨੇ ਕਿ ਪੁਲਿਸ ਦੇ ਉੱਪਰ ਦਬਾਅ ਹੈ, ਰਾਜਨੀਤਿਕ ਦਬਾਅ ਹੈ, ਕਿਉਂਕਿ ਜਿਹੜੇ ਸਰਪੰਚ ਦੇ ਮੁੰਡੇ ਨੇ ਇਹ ਕਰਤੂਤ ਕੀਤੀ ਹੈ ਉਹ ਐਮਐਲਏ ਦਾ ਨਜ਼ਦੀਕੀ ਹੈ ਸਰਪੰਚ, ਔਰ ਪਰਿਵਾਰ ਦਾ ਕਹਿਣਾ ਹੈ ਕਿ ਇਸੇ ਕਰਕੇ ਹੀ ਸਰਪੰਚ ਦੇ ਉੱਪਰ ਪਰਚਾ ਨਹੀਂ ਹੋਇਆ, ਉਹਨੂੰ ਅਰੈਸਟ ਨਹੀਂ ਕੀਤਾ ਗਿਆ। ਪਰ ਪੁਲਿਸ ਦਾ ਕਹਿਣਾ ਹੈ ਕਿ ਇਦਾਂ ਦੀ ਕੋਈ ਗੱਲ ਨਹੀਂ ਹੈ। ਸੋ ਆਪਾਂ ਇਸ ਗੱਲ ਨੂੰ ਵਿਚਾਰਨ ਦੀ ਪੂਰੇ ਪੰਜਾਬ ਦੇ ਲੋਕਾਂ ਨੂੰ ਲੋੜ ਹੈ। ਚਾਹੇ ਅੱਜ ਆਪਾਂ ਆਪੋ ਆਪਣੇ ਘਰਾਂ ਦੇ ਵਿੱਚ ਬੈਠੇ ਹਾਂ, ਪਰ ਸਾਡੇ ਘਰਾਂ ਦੇ ਵਿੱਚ ਵੀ ਧੀਆਂ ਭੈਣਾਂ ਬੱਚੀਆਂ ਹਨ। ਜੇਕਰ ਪੰਜਾਬ ਦੇ ਵਿੱਚ ਇਦਾਂ ਦਾ ਮਾਹੌਲ ਪਣਪੇਗਾ ਤਾਂ ਸਾਡਾ ਜਿਉਣਾ ਹਰਾਮ ਹੋ ਜਾਏਗਾ। ਸਾਰੇ ਘਰਾਂ ਦੇ ਵਿੱਚ ਧੀਆਂ ਹਨ। ਸੋ ਇਹ ਜਿਹੜਾ ਮਾਹੌਲ ਬਣ ਗਿਆ ਕਿ 5 ਮਹੀਨੇ ਦੀ ਬੱਚੀ ਤੋਂ ਲੈ ਕੇ 85 ਸਾਲ ਦੀ ਬੇਬੇ ਦੇ ਨਾਲ ਰੋਜ਼ ਬੜੀਆਂ ਘਟੀਆ ਕਿਸਮ ਦੇ ਅਪਰਾਧਾਂ ਦੀਆਂ ਖਬਰਾਂ ਆਉਂਦੀਆਂ ਨੇ। ਇਹਦੇ ਬਾਰੇ ਗੰਭੀਰਤਾ ਦੇ ਨਾਲ ਸੋਚਣਾ ਹਰ ਇੱਕ ਵਿਅਕਤੀ ਦਾ ਇਹ ਬਣਦਾ। ਸੋ ਸੇਖਾ ਖੁਰਦ ਤੋਂ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ